ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਕੀ ਜੀ ਕੀ ਫਤਿਹ। ਫਤਿਹ। ਅੱਜ ਸਾਡੇ ਨਾਲ ਬਾਬਾ ਲੱਖਾ ਜੀ ਨਾਨਕਸਰ ਕਲੇਰਾ ਕਲੇਰਾਂ ਵਾਲੇ ਜਗਰਾਉਂ ਵਿੱਚ ਤੇ ਉੱਥੋਂ ਦੇ ਡੇਰੇ ਦੇ ਮੁਖੀ ਸਾਡੇ ਨਾਲ ਇੱਥੇ ਨਿਊਯਾਰਕ ਵਿਖੇ ਸਾਡੇ ਘਰ ਵਿੱਚ ਆਏ ਨੇ ਔਰ ਅਸੀਂ ਉਹਨਾਂ ਦਾ ਕੁਝ ਸਵਾਲ ਪੁੱਛਣਾ ਚਾਹੁੰਦੇ ਹਾਂ। ਅਸੀਂ ਇਸ ਛੋਟੇ ਜਿਹੇ ਪ੍ਰੋਗਰਾਮ ਦਾ ਇੰਟਰਵਿਊ ਦਾ ਨਾਮ ਰੱਖਿਆ ਹੈ 5 ਸਵਾਲ ਬਾਬਾ ਜੀ ਦੇ ਨਾਲ। ਸੋ ਬੇਸਿਕਲੀ ਅਸੀਂ ਇਸ ਇੰਟਰਵਿਊ ਨੂੰ ਇਸ ਕਰਕੇ ਕਰ ਰਹੇ ਹਾਂ ਕਿ ਅਸੀਂ ਕੁਝ ਬੱਚਿਆਂ ਤੱਕ ਪਹੁੰਚਾ ਸਕੀਏ ਜਿਹੜੇ ਇੰਗਲਿਸ਼ ਸਪੀਕਿੰਗ ਬੱਚੇ ਨੇ ਇੱਥੋਂ ਦੇ, ਬਿਕਾਜ਼ these kids they do not go to the Gurdwara, I'm sorry to say, but they don't go to the Gurdwara for many various reasons. So this is an attempt that they can also connect with Gurbani and Guru. They are highly qualified professionals. They speak English, they are born here, but they do not read or listen to Gurbani. So this is an attempt that they can also connect with Gurbani. So मैं बाबा जी ਨੂੰ कुछ सवाल ਪੁੱਛਾਂਗੀ और ਉਹਨਾਂ ਦੀ ट्रांसलेशन मैं कोशिश करांगी ਉਹਨੂੰ इंग्लिश ਵਿੱਚ करके ताकि ਬੱਚਿਆਂ ਨੂੰ थोड़ा सी इस पासे लगा ਸਕੀਏ। सो बाबा जी आप जी का बहुत बहुत निੱਘਾ स्वागत है। सारी संगतां ਵਿੱਚ बड़ा उत्साह और खुशी खेड़ा है। सारे ਤੁਹਾਨੂੰ ਕੋਈ ਆਪਣੇ ਘਰ ਲੈ ਕੇ ਜਾਣਾ ਚਾਹੁੰਦਾ ਹੈ, ਕੋਈ ਆਪਣੇ ਘਰ ਲੈ ਕੇ ਜਾਣਾ ਚਾਹੁੰਦਾ ਹੈ। ਬਾਬਾ ਜੀ ਸਾਡੇ ਘਰ ਆ ਕੇ ਅਰਦਾਸ ਕਰੋ, ਬਾਬਾ ਜੀ ਸਾਡੇ ਘਰ ਆ ਕੇ ਅਰਦਾਸ ਕਰੋ। ਸੋ ਮੈਂ ਸਭ ਤੋਂ ਪਹਿਲਾ ਸਵਾਲ ਤੁਹਾਨੂੰ ਇਹੀ ਕਰਾਂਗੀ ਕਿ ਇੱਕ ਆਮ ਇਨਸਾਨ ਦੀ ਅਰਦਾਸ ਵਿੱਚ ਔਰ ਇੱਕ ਸਾਧੂ ਦੀ ਅਰਦਾਸ ਵਿੱਚ, ਬਾਬਾ ਜੀ ਦੀ ਅਰਦਾਸ ਵਿੱਚ ਕੀ ਫਰਕ ਹੈ? ਫਰਕ ਤੇ ਕੋਈ ਨਹੀਂ, ਕੋਈ ਵੀ ਕੰਮ ਕਰਨਾ ਹਾਵ ਭਾਵ ਨਾਲ ਕਰਨਾ ਪੈਂਦਾ ਹੈ। ਹਾਵ ਭਾਵ ਮਤਲਬ ਦਿਲੋਂ ਹੋ ਕੇ ਕਰਨਾ ਪੈਂਦਾ ਹੈ। ਕਿਸੇ ਕੋਈ ਪ੍ਰਚਾਰਕ ਸੀ ਬੜਾ ਵੱਡਾ, ਉਸਨੇ ਮਹਾਂਪੁਰਖਾਂ ਨੂੰ ਸਵਾਲ ਕੀਤਾ ਕਿ ਤੁਸੀਂ ਵੀ ਕਥਾ ਕਰਦੇ ਹੋ, ਮੈਂ ਵੀ ਕਥਾ ਕਰਦਾ, ਤੇ ਤੁਹਾਡੀ ਕਥਾ ਵਿੱਚ ਹਜ਼ਾਰਾਂ ਲੋਕ ਬੈਠੇ ਹੁੰਦੇ ਆ, ਤੇ ਜਦੋਂ ਮੈਂ ਕਥਾ ਕਰਦਾ ਉਦੋਂ 10 15 20 ਸਰੀਰ ਹੁੰਦੇ ਆ, ਕੀ ਕਾਰਨ? ਇਹ ਮਹਾਂਪੁਰਖਾਂ ਨੇ ਸਵਾਲ ਕੀਤਾ, ਜਿਵੇਂ ਤੁਸੀਂ ਸਵਾਲ ਕੀਤਾ ਜੀ ਇਹ ਅਰਦਾਸ ਦਾ ਤੇ ਇਹ ਕਿਉਂ ਅੰਤਰ ਆ। ਤੇ ਮਹਾਂਪੁਰਖਾਂ ਨੇ ਉਸ ਗਿਆਨੀ ਜੀ ਨੂੰ ਪੁੱਛਿਆ, ਗਿਆਨੀ ਜੀ ਤੁਸੀਂ ਕਿੰਨੇ ਵਜੇ ਉੱਠਦੇ ਹੋ? ਕਹਿੰਦਾ ਜੀ ਮੈਂ 6 ਵਜੇ ਉੱਠਦਾ, ਫਿਰ ਉੱਠ ਕੇ ਇਸ਼ਨਾਨ ਪਾਣੀ ਕਰਦਾ, ਫਿਰ ਉਸ ਤੋਂ ਬਾਅਦ ਫਿਰ ਕਹਿੰਦੇ ਵੀ ਤਕਰੀਬਨ 7:30 ਵਜੇ ਮੇਰੀ ਗੁਰਦੁਆਰਾ ਸਾਹਿਬ ਕਥਾ ਹੁੰਦੀ ਹੈ, ਤੇ ਫਿਰ ਮੈਂ ਕਥਾ ਕਰਨ ਜਾਂਦਾ। ਤੇ ਮਹਾਂਪੁਰਖਾਂ ਨੇ ਬਚਨ ਕੀਤਾ ਕਿ ਤੁਸੀਂ ਆਪਣੇ ਸਵਾਲ ਦਾ ਜਵਾਬ ਆਪ ਹੀ ਲੈ ਲਿਆ। ਤੁਸੀਂ ਉਹਨੇ 6 ਵਜੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਡਿਊਟੀ ਤੇ ਜਾਣਾ। ਇੱਕ ਇਨਸਾਨ ਨੇ ਰਾਤ ਨੂੰ 12:30 ਵਜੇ ਉੱਠ ਕੇ ਤੇ ਡਿਊਟੀ ਤੇ ਲੱਗ ਜਾਣਾ। ਉਹ ਜਿਹੜਾ 12:30 ਵਜੇ ਲੱਗਾ ਤੇ 6 ਵਜੇ ਵਾਲਾ ਲੱਗਾ, ਉਹ ਕਿੱਦਾਂ ਆਪੋ ਵਿੱਚ ਤਾਲਮੇਲ ਹੋ ਜਾਵੇਗਾ? ਮਤਲਬ ਕਿ ਜਿਹੜਾ ਪੂਰਨ ਮਹਾਂਪੁਰਖਾਂ ਦਾ ਹੈ, ਉਸਨੇ ਕਮਾਈ ਕਰਨੀ, ਕਮਾਈ ਕਰਕੇ ਫਿਰ ਉਹਨੇ ਆਪਣੇ ਰਸਨਾ ਤੋਂ ਭਜਨ ਕਰਨਾ। ਜੀ ਸਮਝੇ ਨਾ ਜੀ। ਤੇ ਜਗਿਆਸੂ ਸਾਡਾ ਲੋਕਾਂ ਦਾ, ਜਗਿਆਸੂਆਂ ਦਾ ਤੇ ਪੂਰਨ ਮਹਾਂਪੁਰਖ ਦਾ ਇੰਨਾ ਹੀ ਅੰਤਰ ਆ। ਉਹਨੇ ਕਮਾਇਆ ਹੁੰਦਾ, ਕਮਾ ਕੇ ਪ੍ਰਭੂ ਦੇ ਨਾਲ ਭੇਦ ਹੋਏ ਹੁੰਦੇ ਆ, ਤੇ ਜਿਹੜਾ ਆਮ ਜਗਿਆਸੂ ਆ ਉਹ ਇਸ ਚੀਜ਼ ਤੋਂ ਦੂਰ ਹੁੰਦਾ। ਇਸੇ ਕਰਕੇ ਜਾਕਾ ਕਹਿਆ ਦਰਗੇ ਚੱਲੇ, ਉਹਨਾਂ ਦਾ ਕਿਹਾ ਦਰਗਾਹ ਦੇ ਵਿੱਚ ਵੀ ਚੱਲਦਾ, ਕਿਉਂਕਿ ਪਰਮੇਸ਼ਰ ਵਿੱਚ ਅਭੇਦ ਹੋਏ ਹੁੰਦੇ ਆ। ਜੀ ਬਹੁਤ ਖੂਬ। So basically this gives us indication that we should be doing more part. The more Gurbani, the more Simran you do, the more power you have in your words. So it's ਇਹਦੇ ਨਾਲ ਹੀ ਅਸੀਂ ਅਗਲਾ ਸਵਾਲ, ਇੱਥੋਂ ਦੇ ਬੱਚੇ ਜਿਹੜੇ ਨੇ ਪ੍ਰੋਫੈਸ਼ਨਲਸ ਨੇ, ਕੰਮ ਕਰਦੇ ਨੇ, 5 ਦਿਨ ਡਟ ਕੇ ਕੰਮ ਕਰਦੇ ਨੇ, 2 ਦਿਨ ਉਹਨਾਂ ਨੂੰ ਛੁੱਟੀ ਹੁੰਦੀ ਹੈ, ਉਹਦੇ ਵਿੱਚ ਉਹਨਾਂ ਨੂੰ ਬਹੁਤ ਸਾਰੇ ਆਪਣੇ ਘਰ ਦੇ ਕੰਮ ਜਾਂ ਥੋੜਾ ਇੰਜੋਏ ਕਰਨਾ, ਉਹ ਸਾਰੀਆਂ ਚੀਜ਼ਾਂ ਵਿੱਚ। ਲੇਕਿਨ ਇਹ ਸਾਰੀਆਂ ਚੀਜ਼ਾਂ ਦੇ ਦਰਮਿਆਨ ਉਹਨਾਂ ਨੂੰ ਸਟ੍ਰੈਸ ਬੜਾ ਹੁੰਦਾ ਹੈ। ਇੱਥੇ ਸਟ੍ਰੈਸ, ਐਂਗਜ਼ਾਇਟੀ, ਡਿਪਰੈਸ਼ਨ, ਇਹ ਸਾਰੀਆਂ ਚੀਜ਼ਾਂ ਬਹੁਤ ਨੇ ਬੱਚਿਆਂ ਵਿੱਚ। ਤੇ ਉਹ ਗੁਰਬਾਣੀ ਦੇ ਨਾਲ ਕਿਸ ਤਰ੍ਹਾਂ ਉਹਨੂੰ ਦੂਰ ਕੀਤਾ ਜਾ ਸਕਦਾ ਹੈ? ਕਿਵੇਂ ਉਹ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਸ਼ਾਮਿਲ ਕਰਨ? ਕਿਤਨੀ ਦੇਰ ਮਿਨੀਮਮ ਤੁਸੀਂ ਕਹੋਗੇ ਉਹ ਥੋੜਾ ਜਿਹਾ ਸਿਮਰਨ ਕਰਨ ਜਾਂ ਕੁਝ? ਦੇਖੋ, ਗੁਰਬਾਣੀ ਇੱਕ ਐਸੀ ਵਸਤੂ ਆ, ਗੁਰਬਾਣੀ ਜਿਹੜਾ ਮਨੋਂ ਹੋ ਕੇ ਬਾਣੀ ਪੜ੍ਹਦਾ ਔਰ ਧਿਆਨ ਲਾ ਕੇ ਇਹ ਕਾਰਜ ਕਰਦਾ, ਉਹਦੇ ਮਨ ਨੂੰ ਹਮੇਸ਼ਾ ਸ਼ਾਂਤੀ ਰਹੇਗੀ। ਦੂਰ ਕੀ ਜਾਣਾ ਸੁਖਮਨੀ ਸਾਹਿਬ ਜੀ ਦਾ ਪਾਠ ਆਪਾਂ ਕਰਦੇ, ਤੇ ਸੁਖਮਨੀ ਸਾਹਿਬ ਜੀ ਦੇ ਪਾਠ ਵਿੱਚ ਇਤਨੀ ਸ਼ਾਂਤੀ ਆ, ਮਨ ਨਿਰਮਲ ਹੋ ਜਾਂਦਾ।
कोई भी बाणी पढ़ो, जो बाणी पढ़ो भावें वाहिगुरू वाहिगुरू करी जाओ, कोई सिमरन करो, सिमरन की ताकत के नाल जरा मन ते बोझ पैंदा, स्ट्रेस होंदा, शरीर बाडी वो दूर हो जाती है। एक गुरु ने ये कृपा की, तुहाडे साडे विच कोई ये गल नहीं है, लेकिन गुरु वालों यह हदायत आ, बख्शिश है कि जे तुसीं मन नूं शांति चाहुंदे हो, जे तुसीं सही कारज चाहुंदे हो, कारोबार चढ़दी कला विच चाहुंदे हो, तुसीं चाहुंदे हो कि जीवन साडा खुशहाल बने, तो फिर प्रभु परमात्मा की याद विच जुड़ना पवेगा। प्रभु परमात्मा दे अंग संग अरदास करके फिर वो कारज नूं प्रारंभता करांगे तो अपने आप ही सारे कारज सफले होंदे ने, क्योंकि दो चीज़ का सानूं मेन है। जे कल्ला जीव मेहनत करदा ते परमात्मा की बख्शिश नहीं तां भी अधूरा वा। जे कली परमेश्वर की बख्शिश आ ते आप मेहनत नहीं करता तभी अधूरा। इस करके परमेश्वर की बख्शिश और मेहनत जे दोनों इकट्ठे हो जाते फिर अपने आप चढ़दी कला हो जाती। जी, सो बहुत सही जवाब बाबा जी ने सानू समझाया कि इट्स अ कॉम्बिनेशन कि थानू भी मेहनत करनी पएगी और नाल प्रभु की बख्शिश होएगी। जिवें तन और मन दोनों इकट्ठे ने, सो मन का तुहाडा जिहड़ा डायरैक्शन है वो गुरु वाल परमात्मा वाल होवे और तन नाल तुसी अपनी मेहनत कर रहे हो, सो थोड़ा थोड़ा तुसी इस तरफ हौली हौली गुरबानी की तरफ आओगे, सो इट विल स्टार्ट हैपनिंग टू यू। वाहिगुरु अखर एक बड़ा इनोसेंट वर्ड यू कैन से कि छोटा जिहा लफ्ज़ है, लेकिन सिर्फ वाहिगुरु 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 ही जे तुसी रोज़ कहना शुरू कर दो तो किस तरह तुहाडा जीवन बदल सकता है। धन गुरु ग्रंथ साहब जी की जी बाणी है ना, एक ओंकार तो लैके 18-10-20 तक। हुण इत्थों के बोल जो बच्चे ने जां नवी पनेरी आ वो ये गल नूं समझ नहीं पाउणगे जिस तरह मैं समझाउण दी कोशिश करूँ। लेकिन ਜਿਹੜੇ ਪੰਜਾਬ ਦੀ ਧਰਤੀ ਤੇ ਜਾਂ ਖੇਤੀਬਾੜੀ ਦੀ ਲੈਂਡ ਵਿੱਚ ਰਹੇ ਆ ਉਹਨਾਂ ਨੂੰ ਪਤਾ ਹੁੰਦਾ, ਜਦੋਂ ਆਪਾਂ ਫਸਲ ਬੀਜਦੇ ਹਾਂ ਇਕੱਠੀ ਤੇ ਉਹਨੂੰ ਕੱਟਦੇ ਸੀ, ਪਹਿਲਾਂ ਇਕੱਠੀ ਕਰਕੇ ਰੱਖਦੇ ਸੀ, ਫਿਰ ਉਹਦੇ ਵਿੱਚੋਂ ਦਾਣੇ ਕੱਢਦੇ ਸੀ। ਉਹ ਬਰਾਬਰ ਵੱਡਾ ਖਲਵਾੜਾ ਉਹਨੂੰ ਬੋਲਿਆ ਜਾਂਦਾ ਸੀ। ਫਿਰ ਦਾਣੇ ਛੋਟੇ ਆਕਾਰ ਵਿੱਚ ਹੋ ਗਏ, ਫਿਰ ਦਾਣੇ ਵੇਚ ਕੇ ਪੈਸੇ ਲੈ ਲਏ, ਪੈਸੇ ਹੋਰ ਛੋਟੇ ਆਕਾਰ ਵਿੱਚ ਹੋ ਗਏ। ਜੇ ਪੈਸਿਆਂ ਦੇ ਥਾਂ ਤੇ ਆਪਾਂ ਸੋਨਾ ਲੈ ਲਿਆ, ਉਹ ਕਿੰਨਾ ਪੈਸਿਆਂ ਦੀ ਪੰਡ ਸੀਗੀ ਜਿਹਦੇ ਸੋਨਾ ਥੋੜ੍ਹਾ ਜਿਹਾ ਹੋ ਗਿਆ। ਤੇ ਜੇ ਸੋਨੇ ਨੂੰ ਦੇ ਕੇ ਤੇ ਆਪਾਂ ਹੀਰਾ ਲੈ ਲਈਏ ਤੇ ਹੀਰੇ ਦੀ ਕਿੰਨੀ ਕੁ ਮਕਦਾਰ ਦਾ ਹੋਰ ਜਿਹੜੀ ਪੰਡ ਪੈਸਿਆਂ ਦੀ ਸੀ, ਪੰਡ ਪੈਸਿਆਂ ਦੀ ਤੋਂ ਆਪਾਂ ਹੀਰਾ ਲੈ ਲਿਆ, ਇੰਨੇ ਸਾਰੇ ਪੈਸਿਆਂ ਤੋਂ ਥੋੜ੍ਹਾ ਜਿਹਾ ਹੀਰਾ ਆਇਆ, ਇਹ ਹੀਰੇ ਦੇ ਵਿੱਚ ਆ ਗਏ ਨਾ। ਇਸੇ ਤਰ੍ਹਾਂ ਜਿਹੜਾ ਵਾਹਿਗੁਰੂ ਲਫ਼ਜ਼ ਆ ਇਹ ਨਿਚੋੜ ਆ ਸਾਰੀਆਂ ਚੀਜ਼ਾਂ ਦਾ, ਕਿਉਂਕਿ ਵਾਹਿਗੁਰੂ ਲਫ਼ਜ਼ ਨੂੰ ਜਿਹੜੇ 4 ਅੱਖਰਾਂ ਦਾ ਹੈਗਾ ਵਾਹਿਗੁਰੂ, ਵਾਵਾ ਹਾਹਾ ਤੇ ਰਾਣਾ ਤੇ ਗੱਗਾ 4 ਅੱਖਰ ਬਣਦੇ ਨੇ ਤੇ 4 ਜੁਗਾਂ ਦੇ ਇੱਕ ਅੱਖਰ ਲੈ ਸਭ ਕੁਝ ਨੇ। 4 ਜੁਗਾਂ ਦਾ ਇੱਕ ਅੱਖਰ ਲੈ ਕੇ ਤੇ ਫਿਰ ਵਾਹਿਗੁਰੂ ਸ਼ਬਦ ਉਚਾਰਨ ਕੀਤਾ। ਜੇ ਇਹ ਮੰਨ ਲਓ ਕਿ ਵਾਹਿਗੁਰੂ ਦਾ ਸ਼ਬਦ ਜਿਹੜਾ ਹੈ ਉਚਾਰਨ ਕਰਨ ਦੇ ਨਾਲ 4 ਜੁਗਾਂ ਦੀ ਪ੍ਰਾਪਤੀ ਹੁੰਦੀ ਆ, 4 ਜੁਗਾਂ ਦਾ ਜਾਪ ਹੁੰਦਾ। ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਇਹ ਬਖਸ਼ਿਸ਼ ਕਿ 4 ਜੁਗਾਂ ਦਾ ਜਿਹੜਾ ਜਾਪ ਆ ਉਹ ਵਾਹਿਗੁਰੂ ਵਿੱਚ ਲੈਂਦਾ ਤੇ ਵਾਹਿਗੁਰੂ ਵਾਹਿਗੁਰੂ ਕਰਨ ਵਾਲਾ ਇਨਸਾਨ ਵਾਹਿਗੁਰੂ ਦੇ ਵਿੱਚ ਸਮਾ ਜਾਂਦਾ। ਵਾਹਿਗੁਰੂ ਬਿਊਟੀਫੁਲ। ਬਾਬਾ ਜੀ ਨੇ ਸਾਨੂੰ ਦੱਸਿਆ ਕਿ ਵਾਹਿਗੁਰੂ ਲਫ਼ਜ਼ ਨੂੰ ਇਸ ਤਰ੍ਹਾਂ ਐਕਸਪਲੇਨ ਕੀਤਾ ਜਾ ਸਕਦਾ ਹੈ। We can try to understand like diamond is very very small but it's the most precious, so this is like a piece of diamond that if you chant on Vaheguru mantra, which is also called Maha Mantra, you can get anything that you want in your life. And also it depicts 4 different ages, because all these 4 letters Va, Ha, Ga and Ra, they have been taken from 4 different ages, so it's a combination. So you get the benefit of by chanting Vaheguru, you get the benefit from all 4 different ages and you get to a very elevated state. मेरा अगला सवाल बाबा जी ਨੂੰ ਹੋਏਗਾ, ਸਾਧੂ ਕੌਣ ਹੈ ਔਰ ਸਾਧੂ ਦੀ ਅਸੀਂ ਰਿਸਪੈਕਟ ਕਿਉਂ ਕਰਦੇ ਹਾਂ ਔਰ ਸਾਧੂ ਦੇ ਸੰਗ ਦਾ ਲਾਭ। ਸੋ ਸਾਧੂ ਦੇ ਉੱਪਰ ਹੀ ਸਾਰਾ। ਸਾਧੂ ਭੇਖ ਦਾ ਨਾਮ ਸਾਧੂ ਨਹੀਂਗਾ, ਜਿਹੜਾ ਆਪਾਂ ਭੇਖ ਪਾ ਲਿਆ ਇਹਦਾ ਨਾਮ ਸਾਧੂ ਨਹੀਂ।
ਸਾਧੂ हुआ जिसने अपने आप ਨੂੰ ਸਾਧ ਲਿਆ। ਜਿਸਨੇ ਸਾਧਨਾ ਨਹੀਂ ਕੀਤੀ, ਸਾਧਿਆ ਨਹੀਂ ਆਪਣੇ ਆਪ ਨੂੰ, ਉਹ ਸਾਧੂ ਨਹੀਂ ਬਣਾਇਆ ਜਾਂਦਾ। ਭੇਖ ਨਾਲ ਸਾਧੂ ਨਹੀਂ ਬਣਾਇਆ ਜਾਂਦਾ, ਕਰਨੀ ਜੀਵਨ ਨਾਲ ਸਾਧੂ ਬਣਾਇਆ ਜਾਂਦਾ ਹੈ। ਔਰ ਸਾਧੂ ਦੀ ਜਿਹੜੀ ਡੈਫੀਨੇਸ਼ਨ ਪਰਿਭਾਸ਼ਾ ਕੀ ਆ, ਜਿਸ ਦੀ ਰਸਾਂ ਤੇ ਸੱਤ ਹੈ, ਜਿਸ ਦੀ ਦ੍ਰਿਸ਼ਟੀ ਵਿੱਚ ਸੱਤ ਹੈ, ਜਿਹਦੇ ਕਦਮਾਂ ਵਿੱਚ ਸੱਤ ਹੈ, ਤੇ ਜੋ ਰਸਨਾ ਤੋਂ ਕਹਿਣਾ ਉਹ ਸੱਤ ਹੋ ਜਾਣਾ, ਉਹ ਸੰਤ, ਉਹ ਸਾਧੂ। I think ਸਾਰੇ ਜਵਾਬ ਇਹਦੇ ਵਿੱਚ ਆ ਗਏ ਜਿਹੜੇ ਬਾਬਾ ਜੀ ਨੇ ਜਵਾਬ ਦਿੱਤਾ ਹੈ ਕਿ ਸਾਧੂ is not the attire, it's not the clothes that you're wearing. Sadhu is a state of mind. Sadhu is a person who has perfected his mind, who has done so much kamai, who has done so much chanting of the Naam and done Gurbani, and has actually brought himself to a state of mind. The outer clothings are immaterial. ਤੇ ਸਾਧੂ ਨੂੰ ਕਿਉਂ ਮੰਨਦੇ ਆ? ਜੀ ਗੁਰੂ ਸਾਹਿਬ ਨੇ ਬਾਣੀ ਵਿੱਚ ਪ੍ਰਮਾਣ ਕੀਤਾ, ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ, ਇਹਦਾ ਮਤਲਬ ਆ ਕਿ ਪੂਰਨ ਮਹਾਂਪੁਰਖ, ਕੋਈ ਮੇਰੇ ਵਰਗਾ ਪੇਖੀ ਨਾ ਹੋਵੇ। ਜਿਹੜਾ ਪੂਰਨ ਮਹਾਂਪੁਰਖ ਆ, ਨਾਮ ਜਪਣ ਵਾਲਾ, ਬਾਣੀ ਪੜ੍ਹਨ ਵਾਲਾ, ਜਿਵੇਂ ਸਾਡੇ ਗੁਰੂ ਸਾਹਿਬ ਅਵਤਾਰ ਆਏ ਨੇ, ਉਹ ਬ੍ਰਹਮ ਗਿਆਨੀ ਦੀ ਅਵਸਥਾ ਵਿੱਚ ਆ, ਉਹਦੀ ਦ੍ਰਿਸ਼ਟੀ ਵਿੱਚ ਇਤਨੀ ਤਾਕਤ ਆ, ਸਮਰੱਥਾ ਆ, ਜਿਹਦੇ ਉੱਤੇ ਉਹਦੀ ਦ੍ਰਿਸ਼ਟੀ ਪੈ ਜਾਂਦੀ ਨਾ। ਕੋਈ ਸਧਾਰਨ ਵਿਅਕਤੀ ਹੋਵੇ ਨਾ, ਆਮ ਆਦਮੀ ਹੋਵੇ, ਜਿਹਨੂੰ ਕੋਈ ਗਿਆਨ ਨਾ ਹੋਵੇ, ਬਹੁਤ ਸਧਾਰਨ ਉਹਦਾ ਹੋਏ, ਜਿਹੜਾ ਜੀਵਨ ਲਾਈਫ ਉਹਨੂੰ ਕੋਈ ਜਿਉਣ ਦਾ ਵੀ ਚੱਜ ਨਾ ਹੋਵੇ, ਜਿਹਨੂੰ ਬੋਰਾ ਆਪਾਂ ਕਹਿ ਦਿੰਦੇ, ਉਹ ਇੱਦਾਂ ਦਾ ਕੋਈ ਵੀ ਵਿਅਕਤੀ ਹੋਵੇ, ਜੇ ਪੂਰਨ ਮਹਾਂਪੁਰਖ ਦੀ ਨਜ਼ਰ ਉਹਦੇ ਤੇ ਪੈ ਗਈ ਆ ਨਾ, ਤੇ ਉਸ ਇਨਸਾਨ ਨੂੰ, ਸਧਾਰਨ ਆਦਮੀ ਨੂੰ ਵੀ ਸੰਤ ਬਣਾ ਦਿੰਦੀ। ਇੰਨੀ ਤਾਕਤ ਹੈ ਸੰਤ ਵਿੱਚ, ਪਰ ਹੋਏ ਪੂਰਨ ਸੰਤ। ਤੇ ਪੂਰਨ ਸੰਤ ਦੀ ਜਿਹੜੀ ਡੈਫੀਨੇਸ਼ਨ ਪਰਿਭਾਸ਼ਾ ਬੜੀ ਵੱਡੀ ਆ। ਤੇ ਉਹ ਸੰਤ ਜਿਹੜਾ ਹੈਗਾ ਏ, ਉਹਦੇ ਲੱਛਣ ਕੀ ਆ, ਕਿੱਦਾਂ ਪਤਾ ਲੱਗੂ ਕਿ ਸੰਤ ਆ? ਹਾਂਜੀ, ਉਹਦੇ ਲੱਛਣ ਇਹ ਨੇ, ਤੇ ਗੁਰਬਾਣੀ ਵਿੱਚ ਪ੍ਰਮਾਣ ਕੀਤਾ ਕਿ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰਿ ਨਾਮ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਿਆ, ਭੇਦ ਨ ਜਾਣੋ ਮੂਲ ਸਾਈਂ ਜਿਹਾ। ਉਹ ਸਵਾਸ ਸਿਮਰਨ ਕਰਨ ਵਾਲਾ ਵਿਅਕਤੀ ਜਿਹੜਾ ਹੈ, ਉਹ ਇਸ ਅਵਸਥਾ ਵਿੱਚ ਪਹੁੰਚਦਾ ਹੈ। ਤੋ ਐਸੇ ਕਿਤੇ ਪੂਰਨ ਮਹਾਂਪੁਰਖ ਦੇ ਜੇ ਹੋਵੇ ਭਾਗ, ਤਾਂ ਦਰਸ਼ਨ ਪਾਈਏ, ਆਪ ਤਰੈ ਸਭ ਕੁਟੰਬ ਤਰਾਈਏ। ਐਸੇ ਮਹਾਂਪੁਰਖ ਦੇ ਦਰਸ਼ਨ ਕਰ ਲੈਣੇ, ਜੇ ਕਿਤੇ ਦਰਸ਼ਨ ਹੋ ਜਾਣ ਤੇ ਉਹ ਬਹੁਤ ਵੱਡੀ ਕਿਰਪਾ ਦੀ ਨਿਸ਼ਾਨੀ ਹੈ। ਅੱਜ ਸੰਸਾਰ ਤੇ ਭੇਖ ਬਹੁਤ ਚੱਲ ਰਿਹਾ, ਮਤਵਾਦ ਬਹੁਤ ਚੱਲ ਰਹੀ ਆ, ਪਖੰਡ ਬਹੁਤ ਚੱਲ ਰਿਹਾ, ਪਰ ਇਹ ਨਿਸ਼ਾਨੀਆਂ ਨੇ ਗੁਰਬਾਣੀ ਵਿੱਚ ਦੱਸੀਆਂ। ਜੇ ਕਿਸੇ ਪੂਰਨ ਮਹਾਂਪੁਰਖ ਦੀ ਸੰਗਤ ਕਰਨੀ ਆ, ਤੇ ਜਿਹਦੀ ਰਸਨਾ ਤੇ ਸੱਤ ਹੋਵੇ, ਦ੍ਰਿਸ਼ਟੀ ਵਿੱਚ ਸੱਤ ਹੋਵੇ, ਜੋ ਰਸਨਾ ਤੋਂ ਕਹਿਣਾ ਉਹ ਸੱਤ ਹੋ ਜਾਣਾ, ਉਹ ਸੰਤ ਡੈਫੀਨੇਸ਼ਨ ਆ। तो इस वास्ते ऐसे पूर्ण महापुरख जिधर भी दृष्टि पा देंगे उधर चढ़ती कला हो जाए। So basically what he has told us that sadhu is a person, his eyes are filled with the nectar of Guru's love, and wherever he casts his eyes, wherever he puts his glance, that thing becomes powerful. He can bless anyone with because he has the same powers as Guru, so or God, to be they are both interchangeable. So he can cast his eye, he can say a few words, and they will become true because he has truth on his tongue, he has truth in his eyes. एक अखीरला सवाल बाबा जी आप जी ਨੂੰ बेगमपुरा गुरबानी च आया है। बेगमपुरा शहर को दो खंदे हने को था। Begumpura is a state of mind according to me. What I understand, Begumpura एक मन ਦੀ ਉਹ ਅਵਸਥਾ ਹੈ ਜਿੱਥੇ ਸਾਡੇ ਮਨ ਨੇ ਜਾਣਾ, ਜਿੱਥੇ ਕੋਈ ਗਮ ਨਹੀਂ ਹੈ, ਕੋਈ खुशी ही खुशी, आनंद ही आनंद है। सो एक तरफ एक एनी स्ट्रेस, एंग्जाइटी, डिप्रेशन ਦੀ ਦੁਨੀਆ, ਔਰ ਦੂਸਰੀ ਤਰਫ ਬੇਗਮਪੁਰਾ। ਸੋ ਉੱਥੇ ਜਾਣ ਦਾ ਸੁਖੈਨ ਰਸਤਾ, ਜਿਹੜੇ ਬੱਚੇ ਜਿਹੜੇ 5 ਦਿਨ ਕੰਮ ਕਰ ਰਹੇ ਨੇ, ਔਰ ਫਿਰ ਉਸ ਤੋਂ ਬਾਅਦ ਉਹ ਬੇਗਮਪੁਰਾ ਦੀ ਇੱਛਾ ਰੱਖਣ, ਕਿਉਂਕਿ ਹਰ ਇਨਸਾਨ ਸੁਖ ਚਾਹੁੰਦਾ ਹੈ। ਉੱਥੇ ਸਦੀਵੀ ਸੁਖ ਹੈ। ਕਿਸ ਤਰ੍ਹਾਂ ਕੋਈ ਸੁਖੈਨ ਮਾਰਗ
ਇੱਥੋਂ ਦੇ ਬੱਚਿਆਂ ਨੂੰ ਤੁਸੀਂ ਪਲੀਜ਼ ਕੁਛ ਨਾ ਕੋਈ ਰਸਤਾ ਦੱਸ ਕੇ ਜਾਓ ਕਿ ਉਹ ਕਿਤਨੀ ਦੇਰ ਰੋਜ਼ ਸਿਮਰਨ ਕਰਨ ਜਾਂ ਕਿਸ ਤਰ੍ਹਾਂ ਸੁਖੇਲੇ ਉੱਥੇ ਪਹੁੰਚ ਸਕਣ। ਦੇਖੋ, ਜਿਹੜਾ ਪ੍ਰਭੂ ਪਰਮਾਤਮਾ ਦਾ ਮਿਲਾਪ ਹੋਣਾ, ਪ੍ਰਭੂ ਪਰਮਾਤਮਾ ਦੀ ਯਾਦ ਵਿੱਚ ਜੁੜਨਾ ਤੇ ਐਸੀ ਅਵਸਥਾ ਧਾਰਨ ਕਰਨੀ, ਉਹ ਤਾਂ ਹੀ ਹੋ ਸਕਦੀ ਹੈ। ਗੁਰਬਾਣੀ ਵਿੱਚ ਸਤਿਗੁਰੂ ਨੇ ਕਿਹਾ, ਗੁਰੂ ਕਲਗੀਧਰ ਪਾਤਸ਼ਾਹ ਜੀ ਪ੍ਰਮਾਣ ਕਰਦੇ ਨੇ, ਸਾਚ ਕਹੂੰ ਸੁਣੋ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇੱਕ ਪ੍ਰੇਮ ਹੀ ਐਸਾ ਹੈ ਜਿਹੜਾ ਜਿੱਥੇ ਮਰਜ਼ੀ ਇਨਸਾਨ ਨੂੰ ਪਹੁੰਚਾ ਦਿੰਦਾ। ਜ਼ਬਾਨ ਐਸੀ ਜਿਹੜਾ ਪਿਆਰ ਪ੍ਰੇਮ ਕਰਦਾ ਹੈ, ਜਿਹੜਾ ਪ੍ਰਮਾਤਮਾ ਨੂੰ ਪਿਆਰ ਕਰੇਗਾ, ਉਹ ਪ੍ਰਮਾਤਮਾ ਦੀ ਗੋਦੀ ਵਿੱਚ ਬੈਠ ਜਾਵੇਗਾ। ਤੇ ਗੁਰੂ ਸਾਹਿਬ ਨੇ ਆਖਿਆ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਏ। ਆਨੰਦ ਦੀ ਅਵਸਥਾ ਕਦੋਂ ਬਣੀ? ਜਦੋਂ ਪ੍ਰਭੂ ਪਰਮਾਤਮਾ ਨੂੰ ਪਾ ਲਿਆ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਆਨੰਦ ਕਹਿੰਦਾ ਹਰ ਕੋਈ ਆ, ਪਰ ਕਿੱਥੋਂ ਆਨੰਦ ਦੀ ਪ੍ਰਾਪਤੀ ਹੋਣੀ? ਗੁਰੂ ਦੇ ਚਰਨਾਂ ਵਿੱਚ। ਗੁਰੂ ਦੇ ਉੱਤੇ ਟੇਕ ਰੱਖਣ ਨਾਲ, ਗੁਰੂ ਦੇ ਨਾਲ ਪਿਆਰ ਕਰਨ ਦੇ ਨਾਲ, ਗੁਰੂ ਦੇ ਉੱਤੇ ਭਾਵਨਾ ਲਿਆਉਣ ਨਾਲ ਇਹ ਅਵਸਥਾ ਆਪਣੇ ਆਪ ਆਟੋਮੈਟਿਕ ਮਿਲ ਜਾਂਦੀ ਹੈ। ਜੋ ਸੱਚੇ ਹਿਰਦੇ ਦੇ ਨਾਲ ਪਰਮਾਤਮਾ ਨੂੰ ਯਾਦ ਕਰਦਾ ਹੈ, ਗੁਰੂ ਨੂੰ ਯਾਦ ਕਰਦਾ ਹੈ, ਤੇ ਗੁਰੂ ਫਿਰ ਆਪਣੇ ਸੇਵਕ ਦੀ ਆਪ ਲੱਜਾ ਰੱਖਦਾ ਹੈ। ਸੋ ਗੁਰਸਿੱਖ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਤੂੰ ਸਿੱਖਾ ਇੱਕ ਕਦਮ ਚੱਲ ਕੇ ਤੇ ਦੇਖ ਗੁਰੂ ਵੱਲ। ਗੁਰੂ ਤੇ ਤੈਨੂੰ ਕਿੰਨਾ ਅੱਗੇ, ਕਿੰਨੇ 100 ਮੀਲ ਅੱਗੇ ਤੈਨੂੰ ਲੈਣ ਵਾਸਤੇ ਆਉਂਦੇ ਨੇ। ਤੇ ਗੁਰੂ ਸਾਹਿਬ ਕਹਿੰਦੇ, ਆਏ ਮਿਲ ਗੁਰਸਿੱਖ ਆਏ ਮਿਲ। ਗੁਰੂ ਸਾਹਿਬ ਤੇ ਆਵਾਜ਼ਾਂ ਮਾਰਦੇ ਨੇ, ਕਹਿੰਦੇ ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ ਹੈ। ਪਿਆਰੇ ਸਿੱਖਾ ਆ, ਇੱਕ ਵਾਰ ਮੇਰੀ ਗੋਦੀ ਵਿੱਚ ਬੈਠ ਕੇ ਦੇਖ, ਮੇਰੀ ਗੋਦੀ ਦਾ ਕਿੰਨਾ ਕੁ ਆਨੰਦ ਤੇ ਕਿੰਨਾ ਪਿਆਰ ਤੇ ਕਿੰਨਾ ਕੁ ਨਿੱਘ ਮਿਲਦਾ। ਜਿਹੜਾ ਬੱਚਾ ਆਪਣੇ ਬਾਪ ਦੀ ਗੋਦੀ ਵਿੱਚ ਨਹੀਂ ਬੈਠਾ, ਉਸ ਬੱਚੇ ਨੂੰ ਕੀ ਪਤਾ ਕਿ ਮੇਰੇ ਬਾਪ ਦੀ ਗੋਦੀ ਦਾ ਕਿੰਨਾ ਕੁ ਨਿੱਘ ਤੇ ਕਿੰਨਾ ਕੁ ਪਿਆਰ ਤੇ ਕਿੰਨਾ ਕੁ ਆਨੰਦ ਹੈ। ਜਿਹੜਾ ਬੱਚਾ ਬਾਪ ਦੀ ਗੋਦੀ 'ਚ ਬੈਠਾ ਉਹੀ ਬਤਾ ਸਕਦਾ ਹੈ। ਤੇ ਜਿਹੜਾ ਸਿੱਖ ਗੁਰੂ ਦੀ ਗੋਦੀ 'ਚ ਨਹੀਂ ਬੈਠਾ, ਤੇ ਉਹਨੂੰ ਕੀ ਪਤਾ ਵੀ ਗੁਰੂ ਦੀ ਗੋਦ ਦਾ ਕਿੰਨਾ ਕੁ ਨਿੱਘ ਤੇ ਕਿੰਨਾ ਕੁ ਆਨੰਦ ਹੈ ਤੇ ਕਿੰਨੀਆਂ ਬਖਸ਼ਾਂ ਮਿਲਦੀਆਂ ਨੇ। ਤੇ ਗੁਰੂ ਤੇ ਤੈਨੂੰ ਆਵਾਜ਼ਾਂ ਮਾਰਿਆ, ਕਹਿੰਦਾ, ਗੁਰੂ ਕਹਿੰਦਾ, ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਆ ਗੁਰਸਿੱਖਾ ਆ, ਇੱਕ ਵਾਰ ਤੂੰ ਮੇਰੀ ਗੋਦੀ ਵਿੱਚ ਬੈਠ ਕੇ ਦੇਖ, ਮੇਰੀ ਗੋਦੀ ਦਾ ਕਿੰਨਾ ਕੁ ਆਨੰਦ, ਕਿੰਨਾ ਕੁ ਰਸ ਤੇ ਕਿੰਨੀਆਂ ਬਖਸ਼ਾਂ ਪ੍ਰਾਪਤ ਹੁੰਦੀਆਂ ਨੇ। ਜਿਹੜੇ ਐਸਾ ਮਨ ਦੀ ਸਤਨਰਸ ਬਣਦੀ ਆ, ਜਾਂ ਹੋਰ ਕੋ ਭਾਵ ਬਣਦੇ ਨੇ। ਜੇ ਕਿਤੇ ਇੱਕ ਕਦਮ ਹੀ ਬੱਚੇ ਗੁਰੂ ਸਾਹਿਬ ਵੱਲ ਤੁਰ ਕੇ ਦੇਖਣ, ਭਾਵਨਾ ਗੁਰੂ ਦੇ ਤੇ ਲਿਆਉਣ, ਟਿਕਾਉਣ, ਤੇ ਗੁਰੂ ਦੇ ਸਾਰੀਆਂ ਜਿਹੜੀਆਂ ਇੰਨੀਆਂ ਭੈੜੀਆਂ ਬਿਮਾਰੀਆਂ ਜਾਂ ਹੋਰ ਇੱਧਰ ਉੱਧਰ ਦੇ ਮਨ ਦੇ ਉੱਤੇ ਜੋ ਬੋਝ ਪੈਂਦੇ ਨੇ, ਇਹ ਸਭ ਖਤਮ ਕਰਦਾ ਹੈ ਗੁਰੂ ਦੇ ਚਰਨਾਂ ਵਿੱਚੋਂ। ਇਹੀ ਬਖਸ਼ਿਸ਼ ਮਿਲਦੀ ਹੈ। ਗੁਰੂ ਦੇ ਚਰਨਾਂ ਵਾਲੇ ਇੱਕ ਕਦਮ ਤੁਰ ਕੇ ਤੇ ਦੇਖੋ। ਭਾਵੇਂ ਤੁਸੀਂ ਥੋੜਾ ਸਿਮਰਨ ਕਰੋ, ਭਾਵੇਂ 10 ਮਿੰਟ ਕਰੋ, 15 ਮਿੰਟ ਕਰੋ, 20 ਮਿੰਟ ਹੀ ਕਰੋ, ਭਾਵੇਂ ਇੱਕ ਵਾਰ ਕਰਕੇ ਦੇਖੋ। ਗੁਰੂ ਦੇ ਚਰਨਾਂ 'ਚ ਅੰਤਰ ਧਿਆਨ ਹੋ ਕੇ ਦੇਖੋ, ਗੁਰੂ ਕਿੰਨੀ ਕੁ ਬਖਸ਼ਿਸ਼ ਕਰਦਾ। ਮੈਂ ਗਰੰਟੀ ਨਾਲ ਗੱਲ ਕਹਿਣਾ ਕਿ ਕਿਤੇ ਇੱਕ ਕਦਮ ਤੁਰ ਕੇ ਗੁਰੂ ਵੱਲ ਭਾਵਨਾ ਦੇ ਨਾਲ, ਪਿਆਰ ਦੇ ਨਾਲ ਦੇਖੋ, ਤੇ ਗੁਰੂ ਤੁਹਾਨੂੰ ਕੀ ਬਖਸ਼ਾਂ ਕਰਦਾ। ਇਹ ਸਾਰਾ ਕੁਝ ਗੁਰੂ ਦੇ ਚਰਨਾਂ ਵਿੱਚ ਹੈ, ਪਰ ਆਪਣਾ ਆਪ ਗੁਰੂ ਦੇ ਤੇ ਨਿਸਾਵਨ ਕਰਨਾ ਪਵੇਗਾ। ਆਪ ਗਵਾਈਏ ਤਾਂ ਸੋ ਪਾਈਏ। ਸਾਚ ਕਹੂੰ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪਾਏ। ਬਹੁਤ ਸੋਹਣਾ ਮੈਸੇਜ ਦਿੱਤਾ ਹੈ ਬਾਬਾ ਜੀ ਨੇ ਸਾਡੇ ਇੱਥੋਂ ਦੇ ਯੰਗਸਟਰਸ, ਨੌਜਵਾਨ ਬੱਚਿਆਂ ਨੂੰ। ਔਰ ਉਹ ਮੈਸੇਜ ਇਹ ਵੀ ਕਿ ਦੇਖੋ, ਯੂ ਹੈਵ ਟੂ ਸਿਟ ਇਨ ਦ ਲੈਪ ਆਫ ਗੁਰੂ, just like you sit in the lap of your father. So it's like it's a invisible lap, but it's like basically you are doing Simran. So even if you do one step, Guru is going to come 100,000 steps to get you in his arms, and he's waiting and he's calling you over and over. He's calling you, and he wants to give you all the goodness in the world. He wants to take away your diseases. He wants to take away your anxiety. He wants to take away all the problems that you have, and he's waiting to get you into that town which is called Begumpura, from the town of stress and anxiety. So ਅਸੀਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਨੇ ਆ, ਜਿਨ੍ਹਾਂ ਨੇ ਆਪਣਾ ਕੀਮਤੀ ਵਕਤ ਸਾਨੂੰ ਦਿੱਤਾ। ਇੰਨੀ ਵੱਡੀ ਸੰਪਰਦਾ ਦੇ, ਇੰਨੀ ਵੱਡੀ ਉੱਥੇ ਡੇਰੇ ਦੇ ਮੁਖੀ ਹੋਣ ਦੇ ਬਾਵਜੂਦ ਬਾਬਾ ਜੀ ਨੇ ਇੱਕ ਆਮ ਸੰਗਤ ਦੇ ਵਿੱਚ ਵਿਚਰਦੇ ਨੇ, ਔਰ ਸਾਰਿਆਂ ਨੂੰ ਹੀ ਬਖਸ਼ਿਸ਼ਾਂ ਕਰ ਰਹੇ ਨੇ ਕਿ ਗੁਰੂ ਦੇ ਨਾਲ ਜੁੜੋ, ਗੁਰੂ ਵਾਲੇ ਬਣੋ, ਬਹੁਤ ਕੁਝ ਮਿਲੇਗਾ ਤੁਹਾਨੂੰ, ਬਹੁਤ ਪ੍ਰੇਮ ਮਿਲੇਗਾ।
ਔਰ ਆਪਾਂ ਬਾਬਾ ਜੀ ਦਾ ਫਿਰ ਦੁਬਾਰਾ ਧੰਨਵਾਦ ਕਰਨੇ ਆ। ਥੈਂਕ ਯੂ ਸੋ ਮਚ ਬਾਬਾ ਜੀ ਫॉर ਕਮਿੰਗ ਟੂ ਨਿਊਯਾਰਕ ਐਂਡ ਬਲੈਸਿੰਗ ਅਸ ਆਲ। ਪਲੀਜ਼ ਕੀਪ ਅਸ ਇਨ ਯੂਰ ਪ੍ਰੇਅਰਸ, ਕੀਪ ਅਸ ਇਨ ਯੂਰ ਮਾਈਂਡ ਐਂਡ ਸਾਨੂੰ ਸਾਰਿਆਂ ਨੂੰ ਤੁਸੀਂ ਗੁਰੂ ਸਾਹਿਬ ਜੀ ਦੇ ਨਾਲ ਜੋੜ ਕੇ ਜਾਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।